हेलो स्टूडेंट्स, हम सुखविंदर कौर फ्रॉम डिपार्टमेंट ऑफ इकोनॉमिक्स GGDST कॉलेज हरियाणा हुशियारपुर। ਅੱਜ ਦਾ ਟੌਪਿਕ ਹੈ ਸਾਡਾ ਪ੍ਰੋਫਿਟ। ਜਿਸ ਤਰ੍ਹਾਂ ਆਪਾਂ ਲਾਸਟ ਟੌਪਿਕ ਕੀਤਾ ਸੀ ਇੰਟਰਸਟ ਦਾ, ਤੇ ਉਹਦੇ ਵਿੱਚ ਆਪਾਂ ਕੀਤਾ ਸੀ ਕਿ ਜਿਹੜਾ ਇੰਟਰਸਟ ਹੈ ਉਹ ਪੇਮੈਂਟ ਹੈ ਕੈਪੀਟਲ। ਜਿਹੜਾ ਸਾਡਾ ਫੈਕਟਰ ਆਫ ਪ੍ਰੋਡਕਸ਼ਨ ਹੈਗਾ, 4 ਫੈਕਟਰ ਆਫ ਪ੍ਰੋਡਕਸ਼ਨਸ ਦੇ ਵਿੱਚੋਂ ਇੱਕ ਫੈਕਟਰ ਕੈਪੀਟਲ, ਤੇ 4 ਫੈਕਟਰਸ ਆਫ ਪ੍ਰੋਡਕਸ਼ਨ ਸੀ ਲੈਂਡ, ਲੇਬਰ, ਕੈਪੀਟਲ ਤੇ ਐਂਟਰਪ੍ਰੇਨਿਓਰ। ਔਰ ਐਂਟਰਪ੍ਰੇਨਿਓਰ ਦਾ ਜਿਹੜਾ ਰਿਵਾਰਡ ਹੈਗਾ ਉਹਦੇ ਕੰਮ ਦੇ ਬਦਲੇ ਜੋ ਉਹਨੂੰ ਮਿਲਦਾ ਉਹ ਹੈ ਪ੍ਰੋਫਿਟ। ਸੋ ਪ੍ਰੋਫਿਟ ਕੀ ਆ? ਐਂਟਰਪ੍ਰੇਨਿਓਰ ਨੂੰ, ਬਿਜ਼ਨਸਮੈਨ ਨੂੰ, ਉਦਮੀ ਨੂੰ ਜੋ ਉਹਦੇ ਕੰਮ ਦੇ ਬਦਲੇ ਮਿਲਦਾ। ਕਿਉਂਕਿ ਜਿਹੜਾ ਸਭ ਤੋਂ ਜ਼ਿਆਦਾ ਰਿਸਕ ਆ ਉਹ ਬਿਜ਼ਨਸਮੈਨ ਹੀ ਸਹਿਣ ਕਰਦਾ। ਜਿਹੜੀ ਸਭ ਤੋਂ ਜ਼ਿਆਦਾ ਇਨਕਨਵੀਨੀਅੰਸ ਆ, ਅਨਿਸ਼ਚਿਤਤਾ ਆ ਜਿਹੜੀ, ਉਹ ਬਿਜ਼ਨਸਮੈਨ ਹੀ ਜਿਹੜੀ ਫੇਸ ਕਰਦਾ। ਇਸ ਲਈ ਉਸ ਨੂੰ ਆਪਣੇ ਕੰਮਾਂ ਦੇ ਬਦਲੇ ਜਿਹੜੀ ਆਮਦਨ ਪ੍ਰਾਪਤ ਹੁੰਦੀ ਹੈ ਉਸ ਨੂੰ ਪ੍ਰੋਫਿਟ ਕਿਹਾ ਜਾਂਦਾ। ਅਤੇ ਪ੍ਰੋਫਿਟ ਜਿਹੜਾ ਇੱਕ ਤਰ੍ਹਾਂ ਦੇ ਨਾਲ ਬਿਜ਼ਨਸਮੈਨ ਜੋ ਰਿਸਕ ਲੈਂਦਾ ਆ, ਜੋ ਉਹ ਨਵੇਂ ਡਿਸੀਜ਼ਨ ਲੈਂਦਾ ਆ, ਜਾਂ ਜੋ ਉਹਨੂੰ ਇਨਕਨਵੀਨੀਅੰਸ ਹੁੰਦੀ ਹੈ, ਜੋ ਉਹ ਅਨਸਰਟਨਟੀਜ਼ ਫੇਸ ਕਰਦਾ ਆ, ਉਹਨਾਂ ਦਾ ਰਿਵਾਰਡ ਹੁੰਦਾ। ਅਤੇ ਪ੍ਰੋਫਿਟ ਨੂੰ ਲੈ ਕੇ ਬਹੁਤ ਸਾਰੀਆਂ ਡੈਫੀਨੇਸ਼ਨਸ ਆ। ਜਿਸ ਤਰ੍ਹਾਂ ਪ੍ਰੋਫੈਸਰ ਜੈਕਬ ਵਾਈਨਰ ਨੇ ਕਿਹਾ, ਪ੍ਰੋਫਿਟ ਇਜ਼ ਦੀ ਰੈਜ਼ੀਡੂਅਲ ਇਨਕਮ ਆਫ ਬਿਜ਼ਨਸ ਆਫਟਰ ਆਲ ਐਕਸਪਲਿਸਿਟ ਐਂਡ ਇੰਪਲਿਸਿਟ ਵੇਜਸ, ਇੰਟਰਸਟ ਐਂਡ ਰੈਂਟ ਹੈਵ ਬੀਨ ਮੈਟ। ਮੀਨਜ਼ ਲੈਂਡ, ਲੇਬਰ, ਕੈਪੀਟਲ ਨੂੰ ਪੇਮੈਂਟ ਕਰਨ ਤੋਂ ਬਾਅਦ, ਉਹਨਾਂ ਦੀਆਂ ਵੇਜਸ, ਇੰਟਰਸਟ ਅਤੇ ਰੈਂਟ ਪੇ ਕਰਨ ਤੋਂ ਬਾਅਦ, ਜਿੰਨੇ ਵੀ ਐਕਸਪਲਿਸਿਟ ਖਰਚੇ ਜਿਹੜੇ ਤੁਸੀਂ ਆਪਣੀ ਫਰਮ ਤੋਂ ਬਾਹਰ ਜਿਹੜੇ ਤੁਸੀਂ ਹਾਇਰ ਕੀਤੇ ਹੁੰਦੇ ਆ, ਫੈਕਟਰਸ ਆਫ ਪ੍ਰੋਡਕਸ਼ਨ ਜਾਂ ਰॉ ਮਟੀਰੀਅਲ ਜਾਂ ਇਲੈਕਟ੍ਰੀਸਿਟੀ ਦੀ ਪੇਮੈਂਟ, ਇਹ ਸਾਰੀ। ਅਤੇ ਇੰਪਲੀਸਿਟ ਜਿਹੜੀ ਤੁਹਾਡੇ ਆਪਣੇ ਕੰਮਾਂ ਦੇ ਲਈ ਜਿਹੜੇ ਤੁਸੀਂ ਕਈ ਵਾਰ ਰਿਸੋਰਸਿਸ ਹਾਇਰ ਨਹੀਂ ਕਰਦੇ, ਲਾਈਕ ਜਿਸ ਤਰ੍ਹਾਂ ਹੋ ਸਕਦਾ ਤੁਸੀਂ ਲੈਂਡ ਤੁਹਾਡੀ ਆਪਣੀ ਹੋਵੇ ਅਤੇ ਤੁਸੀਂ ਨਾਲ ਲਈ ਹੋਵੇ, ਰੈਂਟ ਉਹਦਾ ਪੇ ਨਹੀਂ ਕਰਨਾ ਪਏਗਾ। ਅਤੇ ਇਸ ਤਰ੍ਹਾਂ ਉਹ ਐਕਸਪਲੀਸਿਟ ਅਤੇ ਇੰਪਲੀਸਿਟ ਸਾਰੀ ਤਰ੍ਹਾਂ ਦੇ ਖਰਚੇ ਕੱਢਣ ਤੋਂ ਬਾਅਦ, ਇੰਟਰਸਟ, ਵੇਜਸ, ਇੰਟਰਸਟ ਪੇ ਕਰਨ ਤੋਂ ਬਾਅਦ ਜੋ ਬਾਕੀ ਬਚਦਾ ਹੈ ਬਿਜ਼ਨਸਮੈਨ ਦੇ ਕੋਲ, ਉਹ ਉਸਦਾ ਪ੍ਰੋਫਿਟ ਹੁੰਦਾ। ਅਤੇ ਪ੍ਰੋਫਿਟ ਨੂੰ ਲੈ ਕੇ ਕੰਸੈਪਟਸ ਇਹਦੇ ਵਿੱਚ ਜਿਹੜੇ ਹੈਗੇ ਆ, ਗਰੋਸ ਪ੍ਰੋਫਿਟ ਹੈ ਅਤੇ ਇੱਕ ਨੈੱਟ ਪ੍ਰੋਫਿਟ ਆ। ਗਰੋਸ ਪ੍ਰੋਫਿਟ ਕੀ ਹੁੰਦਾ ਕਿ ਸਧਾਰਨ ਜਦੋਂ ਅਸੀਂ ਸਿੰਪਲ ਵਰਡਸ ਦੇ ਵਿੱਚ ਕਹਿੰਦੇ ਹਾਂ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਜਿਹੜਾ ਟੋਟਲ ਲਾਭ ਆ ਜੀ ਉਹ ਗਰੋਸ ਪ੍ਰੋਫਿਟ ਆ। ਇੱਕ ਬਿਜ਼ਨਸਮੈਨ ਦੀ ਟੋਟਲ ਇਨਕਮ ਅਤੇ ਉਹਦੀਆਂ ਟੋਟਲ ਜਿਹੜੀਆਂ ਲਾਗਤਾਂ, ਬਾਹਰੀ ਲਾਗਤਾਂ, ਇਹਨਾਂ ਦੇ ਜਿਹੜਾ ਅੰਤਰ ਆ। ਬਾਹਰੀ ਲਾਗਤਾਂ ਜਿਹੜੀਆਂ ਅਸੀਂ ਐਕਸਪਲਿਸਿਟ ਕਾਸਟ ਜਿਹੜੀ ਅਸੀਂ ਪੇ ਕਰਦੇ ਹਾਂ, ਮੋਨੀਟਰੀ ਟਰਮਸ ਦੇ ਵਿੱਚ ਪੇ ਕਰਦੇ ਹਾਂ, ਜਿਹੜੀਆਂ ਟੋਟਲ ਆਮਦਨ ਦੇ ਵਿੱਚੋਂ ਉਹ ਪੇਮੈਂਟਸ ਕੱਢ ਦੋਗੇ ਅਤੇ ਉਹ ਜਿਹੜਾ ਤੁਹਾਡਾ ਜੋ ਬਾਕੀ ਬਚਦਾ ਉਹ ਤੁਹਾਡਾ ਗਰੋਸ ਪ੍ਰੋਫਿਟ ਹੋਏਗਾ। ਗਰੋਸ ਪ੍ਰੋਫਿਟ ਦੇ ਵਿੱਚ ਜੋ ਇੰਟਰਸਟ ਪੇ ਕਰਦਾ, ਜੋ ਵੇਜਸ ਪੇ ਕਰਦਾ, ਜੋ ਰੈਂਟ ਪੇ ਕਰਦਾ, ਜੋ ਡੈਪਰੀਸੀਏਸ਼ਨ ਪੇ ਕਰਦਾ, ਜਾਂ ਬੀਮੇ ਦੇ ਖਰਚ ਪੇ ਕਰਦਾ, ਅਤੇ ਇਹਦੇ ਵਿੱਚ ਸ਼ੁੱਧ ਪ੍ਰੋਫਿਟ ਆ ਜਿਹੜਾ ਨੈੱਟ ਪ੍ਰੋਫਿਟ ਉਹ ਵੀ ਸ਼ਾਮਿਲ ਹੁੰਦਾ ਹੈ। ਅਤੇ ਸ਼ੁੱਧ ਪ੍ਰੋਫਿਟ ਕੀ ਹੈ ਕਿ ਟੋਟਲ ਪ੍ਰੋਫਿਟ ਦੇ ਵਿੱਚ ਜਦੋਂ ਇੰਪਲੀਸਿਟ ਕਾਸਟ, ਜਿਸ ਤਰ੍ਹਾਂ ਆਪਾਂ ਹੁਣੇ ਗੱਲ ਕੀਤੀ ਹੈ ਕਿ ਉਹ ਕਾਸਟ ਵੀ ਹੁੰਦੀ ਹੈ ਜਿਹੜੀ ਤੁਹਾਨੂੰ ਅਸਲ 'ਚ ਹੁੰਦੀ ਨਹੀਂ ਹੁੰਦੀ, ਪਰ ਤੁਸੀਂ ਪੇ ਨਹੀਂ ਕਰ ਰਹੇ ਹੁੰਦੇ, ਪਰ ਉਹ ਹੁੰਦੀ ਤਾਂ ਹੈ ਨਾ ਅਸਲ 'ਚ। ਮੰਨ ਲਓ ਤੁਹਾਡੀ ਲੈਂਡ ਆਪਣੀ ਹੈ ਤਾਂ ਤੁਸੀਂ ਰੈਂਟ ਪੇ ਨਹੀਂ ਕਰਦੇ, ਤੁਸੀਂ ਮੈਨੇਜਰ ਪੇ ਕਰਦੇ ਹੋ ਤਾਂ ਤੁਸੀਂ ਮੈਨੇਜਰ ਦੀ ਸੈਲਰੀ ਪੇ ਨਹੀਂ ਕਰਦੇ, ਅਤੇ ਇਹ ਉਹ ਕੋਸਟ ਜਿਹੜੀ ਆ ਉਹ ਤੁਸੀਂ ਕੱਢ ਦੋਗੇ ਜਦੋਂ ਟੋਟਲ ਪ੍ਰੋਫਿਟ ਦੇ ਵਿੱਚੋਂ, ਅਤੇ ਜੋ ਬਾਕੀ ਬਚਦਾ ਹੈ ਤੁਹਾਡੇ ਕੋਲ ਉਹਨੂੰ ਤੁਸੀਂ ਇਕਨੋਮਿਕ ਪ੍ਰੋਫਿਟ ਜਾਂ ਨੈੱਟ ਪ੍ਰੋਫਿਟ ਕਹਿੰਦੇ ਹੋ। ਅਤੇ ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਹੈਗਾ ਕਿ ਡਿਫਰੈਂਸ ਕੀ ਹੁੰਦਾ ਗਰੋਸ ਪ੍ਰੋਫਿਟ ਦਾ ਅਤੇ ਨੈੱਟ ਪ੍ਰੋਫਿਟ ਦਾ। ਜਿਸ ਤਰ੍ਹਾਂ ਟਰਮ ਹੀ ਦੱਸਦੀ ਹੈ, ਗਰੋਸ ਪ੍ਰੋਫਿਟ ਇੱਕ ਬਰੋਡ ਟਰਮ ਆ, ਵੱਡੀ ਟਰਮ ਹੈ। ਨੈੱਟ ਪ੍ਰੋਫਿਟ ਜਿਹੜਾ ਗਰੋਸ ਪ੍ਰੋਫਿਟ ਦਾ ਇੱਕ ਹਿੱਸਾ ਹੈ। ਅਤੇ ਗਰੋਸ ਪ੍ਰੋਫਿਟ ਦੇ ਵਿੱਚ ਤਾਂ ਬਹੁਤ ਕੁਛ ਸ਼ਾਮਿਲ ਹੁੰਦਾ, ਅਤੇ ਨੈੱਟ ਪ੍ਰੋਫਿਟ ਦੇ ਵਿੱਚ ਜਿਹੜੀਆਂ ਸਾਰੀਆਂ ਕਾਸਟ ਜਿਹੜੀ ਹੈਗੀ ਆ, ਇੰਪਲੀਸਿਟ ਕਾਸਟ ਆ ਜਿਹੜੀ ਉਹ ਕੱਢ ਦਿੱਤੀ ਜਾਂਦੀ, ਗਰੋਸ ਪ੍ਰੋਫਿਟ ਦੇ ਵਿੱਚ ਐਡ ਕੀਤੀ ਹੁੰਦੀ ਹੈ। ਅਤੇ ਕਈ ਵਾਰ ਸ਼ਾਰਟ ਪੀਰੀਅਡ ਦੇ ਵਿੱਚ ਟੋਟਲ ਪ੍ਰੋਫਿਟ ਤਾਂ ਹੁੰਦਾ, ਗਰੋਸ ਪ੍ਰੋਫਿਟ ਤਾਂ ਹੁੰਦਾ, ਪਰ ਨੈੱਟ ਪ੍ਰੋਫਿਟ ਨਹੀਂ ਵੀ ਹੁੰਦਾ। ਅਤੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਨੈੱਟ ਪ੍ਰੋਫਿਟ ਨਹੀਂ ਹੁੰਦਾ, ਪਰ ਗਰੋਸ ਪ੍ਰੋਫਿਟ ਜਿਹੜਾ ਉਹ ਹੁੰਦਾ। ਅਤੇ ਇਹ ਨਾਲ ਡਿਫਰੈਂਸ ਆ। ਉਸ ਤੋਂ ਬਾਅਦ ਆ ਗਿਆ ਮੀਨਸ ਥਿਊਰੀਜ਼ ਆਫ ਪ੍ਰੋਫਿਟ ਦੀਆਂ ਕਿਹੜੀਆਂ ਥਿਊਰੀਜ਼ ਹੈਗੀਆਂ। ਅਤੇ ਸਭ ਤੋਂ ਪਹਿਲੀ ਥਿਊਰੀ ਹੈ ਜਿਹੜੀ ਪ੍ਰੋਫਿਟ ਦੀ ਹੈਗੀ ਆ, ਡਾਇਨਾਮਿਕ ਥਿਊਰੀ ਆਫ ਪ੍ਰੋਫਿਟ ਦੀ ਡਾਇਨਾਮਿਕ ਥਿਊਰੀ ਪ੍ਰੋਫੈਸਰ JV ਕਲਾਰਕ ਨੇ ਦਿੱਤੀ ਆ। ਔਰ ਉਹਨਾਂ ਨੇ ਇਹ ਕਿਹਾ ਕਿ ਗਤੀਸ਼ੀਲ ਅਵਸਥਾ ਵਿੱਚ ਵਸਤੂਆਂ ਦੀ ਕੀਮਤ ਅਤੇ ਲਾਗਤ ਦੇ ਅੰਤਰ ਨੂੰ, ਮਤਲਬ ਜਿੰਨੀ ਤੁਹਾਡੀ ਰੈਵਨਿਊ ਆ ਅਤੇ ਜਿੰਨੀ ਤੁਹਾਡੀ ਕਾਸਟ ਆਈ ਆ, ਦੋਨਾਂ ਦਾ ਜਿਹੜਾ ਡਿਫਰੈਂਸ ਆ ਉਸ ਨੂੰ ਪ੍ਰੋਫਿਟ ਕਿਹਾ ਜਾਂਦਾ। ਅਤੇ ਉਹਨਾਂ ਨੇ ਇੱਕ ਡਾਇਗਰਾਮ ਇਹਦੇ ਲਈ ਡਰਾ ਕੀਤੀ ਆ। OX 'ਤੇ ਉਹਨਾਂ ਨੇ ਕੁਆਂਟਿਟੀ ਲਈ ਹੈ, OY 'ਤੇ ਉਹਨਾਂ ਨੇ ਰੈਵਨਿਊ ਐਂਡ ਕਾਸਟ ਲਈ ਹੈ, ਔਰ ਪਰਫੈਕਟ ਕੰਪੀਟੀਸ਼ਨ ਸ਼ੋ ਕੀਤਾ। ਅਤੇ ਇਹ ਐਵਰੇਜ ਰੈਵਨਿਊ ਅਤੇ ਮਾਰਜਨਲ ਰੈਵਨਿਊ ਕਰਵ ਉਹਨੇ ਕਹੀ ਹੈ, ਅਤੇ ਐਵਰੇਜ ਕਾਸਟ ਕਰਵ ਆ। ਅਤੇ ਐਵਰੇਜ ਕਾਸਟ ਕਰਵ ਨੂੰ ਇਹ ਮਾਰਜਨਲ ਕਾਸਟ ਇੱਥੋਂ ਇੰਟਰਸੈਕਟ ਕਰਕੇ ਜਾਂਦੀ ਹੈ, ਔਰ ਇੱਥੇ ਇਹ ਮਾਰਜਨਲ ਕਾਸਟ ਕਰਵ ਆ। ਇਹ ਜਿਹੜੀ ਕਰਵ ਉਹਨੇ ਐਵਰੇਜ ਕਾਸਟ ਕਰਵ ਕਹੀ ਹੈ।
ਔਰ ਜਿੱਥੇ ਐਵਰੇਜ ਕਾਸਟ ਕਰਵ ਦੇ ਮਿਨੀਮਮ ਤੋਂ ਮਾਰਜਨਲ ਕਾਸਟ ਕ੍ਰਾਸ ਕਰਦੀ ਆ, ਅਤੇ ਜਿੱਥੇ ਆ ਮਾੜੀ ਮਾਰਜਨਲ ਕਾਸਟ ਤੁਹਾਡੀ ਮਾਰਜਨਲ ਰੈਵਨਿਊ ਕਰਵ ਦੇ ਜਿਸ ਤਰ੍ਹਾਂ ਜਦੋਂ ਅਸੀਂ ਡਰਾ ਕਰਦੇ ਹਾਂ ਅਤੇ ਆਹ ਸਾਡੀ ਐਵਰੇਜ ਕਾਸਟ ਕਰਵ ਆ ਅਤੇ ਸਾਡੀ ਮਾਰਜਨਲ ਕਾਸਟ ਕਰਵ ਆ, ਅਤੇ ਆਹ ਸਾਡੀ ਮਾਰਜਨਲ ਰੈਵਨਿਊ ਕਰਵ ਵੀ ਆ। ਇਹ ਮਾਰਜਨਲ ਰੈਵਨਿਊ ਕਰਵ ਅਤੇ ਮਾਰਜਨਲ ਰੈਵਨਿਊ ਕਾਸਟ ਦੇ ਜਿੱਥੇ ਬਰਾਬਰ ਹੈਗੀ, ਜਿਹਨੂੰ ਅਸੀਂ ਪੁਆਇੰਟ ਆਫ ਇਕੁਇਲੀਬਰੀਅਮ ਕਹਿ ਦਿੰਦੇ ਹਾਂ, ਜਿਹਨੂੰ ਉੱਥੇ ਸਾਡਾ ਪ੍ਰਾਈਸ ਜਿਹੜਾ ਡਿਸਾਈਡ ਹੁੰਦਾ। ਇਹਦਾ ਮਤਲਬ ਇਸ ਕੇਸ ਦੇ ਵਿੱਚ ਇਹ ਦਰਸਾਇਆ ਗਿਆ ਕਿ OX ਦੇ ਉੱਪਰ ਤੁਹਾਡੇ ਕੁਆਂਟਿਟੀ ਹੈ, OY ਦੇ ਉੱਤੇ ਤੁਹਾਡੀਆਂ ਰੈਵਨਿਊ ਐਂਡ ਕਾਸਟ ਜਿਹੜੀ ਉਹ ਹੋਏਗੀ, ਅਤੇ ਜਿੱਥੇ ਐਵਰੇਜ ਰੈਵਨਿਊ ਅਤੇ ਐਵਰੇਜ ਕਾਸਟ ਦੇ ਵਿੱਚ ਕੋਈ ਅੰਤਰ ਨਾ ਹੋਏ ਉੱਥੇ ਫਰਮ ਨੂੰ ਕੋਈ ਲਾਭ ਨਹੀਂ ਮਿਲਦਾ। ਜਦੋਂ ਉਹ ਦੋਨੇ ਇੱਕ ਦੂਸਰੇ ਦੇ ਬਰਾਬਰ ਹੋਣ ਉੱਥੇ ਫਰਮ ਨੂੰ ਕੋਈ ਵੀ ਲਾਭ ਨਹੀਂ ਮਿਲਦਾ, ਅਤੇ ਜਿਹੜਾ ਪ੍ਰੋਫਿਟ ਆ ਉੱਥੇ ਜਿਹੜਾ ਆ ਉਹ ਨਾਰਮਲ ਪ੍ਰੋਫਿਟ ਇੱਕ ਫਰਮ ਜਿਹੜੀ ਆ ਉਹਨੂੰ ਹੁੰਦਾ। ਇਹ ਸਟੈਟਿਕ ਕੰਡੀਸ਼ਨਸ ਹੁੰਦੀਆਂ। ਇਹਦੇ ਵਿੱਚ ਮੰਗ ਪੂਰਤੀ ਜਨਸੰਖਿਆ ਦੇ ਵਿੱਚ ਮੰਨ ਕੇ ਚੱਲਦੇ ਕੋਈ ਵੀ ਪਰਿਵਰਤਨ ਨਹੀਂ ਹੁੰਦਾ ਪਿਆ, ਨਾ ਡਿਮਾਂਡ ਚੇਂਜ ਹੁੰਦੀ ਪਈ, ਨਾ ਸਪਲਾਈ ਚੇਂਜ ਹੁੰਦੀ ਪਈ ਆ, ਨਾ ਪਾਪੂਲੇਸ਼ਨ ਚੇਂਜ ਹੁੰਦੀ ਪਈ ਆ। ਅਤੇ ਇਸ ਤਰ੍ਹਾਂ ਦੀ ਜਿਹੜੀ ਕੰਡੀਸ਼ਨ ਹੁੰਦੀ ਆ ਇਹਦੇ ਵਿੱਚ ਜਿਹੜਾ ਬਿਜ਼ਨਸਮੈਨ ਆ ਉਹਨੂੰ ਕੋਈ ਰਿਸਕ ਨਹੀਂ ਹੁੰਦਾ, ਕਲਰਕ ਦਾ ਮੰਨਣਾ ਆ, ਉਹਨੂੰ ਕੋਈ ਅਨਸਰਟਨਟੀ ਨਹੀਂ ਹੁੰਦੀ। ਅਤੇ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਜਿਹੜਾ ਬਿਜ਼ਨਸਮੈਨ ਆ, ਇਸ ਕੇਸ ਦੇ ਵਿੱਚ ਬਿਜ਼ਨਸਮੈਨ ਨੂੰ ਨਾਰਮਲ ਪ੍ਰੋਫਿਟ ਜਿਹੜਾ ਹੁੰਦਾ। ਔਰ ਗਤੀਸ਼ੀਲ ਅਸਲ ਜੀਵਨ ਦੇ ਵਿੱਚ ਗਤੀਸ਼ੀਲ ਅਵਸਥਾ ਪਾਈ ਜਾਂਦੀ ਹੈ। ਇਸ ਲਈ 5 ਤਰ੍ਹਾਂ ਦੇ ਪਰਿਵਰਤਨ ਆਉਂਦੀ ਹੈ। ਜਨਸੰਖਿਆ ਦੇ ਵਿੱਚ ਵੀ ਚੇਂਜ ਹੁੰਦੀ ਆ, ਉਹ ਜਨਸੰਖਿਆ ਚੇਂਜ ਹੁੰਦੀ ਆ, ਅਤੇ ਤੁਹਾਡੀ ਡਿਮਾਂਡ 'ਚ ਚੇਂਜ ਹੋਏਗੀ। ਡਿਮਾਂਡ 'ਚ ਚੇਂਜ ਹੋਣ ਦੇ ਨਾਲ ਡਿਮਾਂਡ ਦੇ ਵਿੱਚ ਕਾਫੀ ਉਹਦੇ ਵਿੱਚ ਵੀ ਅੱਗੇ ਕਿਸਮਾਂ ਆ ਕਿ ਕਿਸ ਤਰ੍ਹਾਂ ਦੀ ਡਿਮਾਂਡ ਕੀਤੀ ਜਾਂਦੀ ਪਈ ਆ। ਦੈਨ ਜੇ ਅਲੱਗ-ਅਲੱਗ ਤਰ੍ਹਾਂ ਦੀ ਡਿਮਾਂਡ ਹੋਏਗੀ ਤਾਂ ਪ੍ਰੋਡਕਸ਼ਨ ਦੀ ਟੈਕਨੀਕ ਵੀ ਚੇਂਜ ਹੋਏਗੀ, ਅਤੇ ਦੈਨ ਸਪਲਾਈ ਦੇ ਵਿੱਚ ਵੀ ਚੇਂਜ ਆਏਗਾ, ਅਤੇ ਪੂੰਜੀ ਦੇ ਵਿੱਚ ਵੀ ਚੇਂਜ ਆਏਗਾ, ਅਤੇ ਜਿਹੜੇ ਤੁਹਾਡੇ ਵਿਵਸਾਇਕ ਸੰਗਠਨ ਹੈਗੇ ਆ, ਤੁਹਾਡੀਆਂ ਆਰਗਨਾਈਜੇਸ਼ਨਸ ਆ, ਉਹਨਾਂ ਦੇ ਵਿੱਚ ਵੀ ਚੇਂਜ ਆਏਗੀ। ਅਤੇ ਕਈ ਵਾਰ ਇਹ ਵੀ ਹੋ ਸਕਦਾ ਕਿ ਤੁਹਾਡੀ ਜਿਹੜੀ ਲਾਗਤ ਜ਼ਿਆਦਾ ਹੋ ਜਾਏ ਅਤੇ ਤੁਹਾਡੀ ਜਿਹੜੀ ਤੁਹਾਡੀ ਰੈਵਨਿਊ ਘੱਟ ਹੋਵੇ, ਕਾਸਟ ਜ਼ਿਆਦਾ ਹੋ ਜਾਏ, ਰੈਵਨਿਊ ਘੱਟ ਹੋਵੇ, ਅਤੇ ਫਰਮ ਨੂੰ ਲੋਸ ਆ ਜਿਹੜੀ ਉਹ ਵੀ ਫੇਸ ਕਰਨੀ ਪਵੇ। ਸੋ ਕਿਉਂਕਿ ਇਹ ਵੀ ਮੰਨਿਆ ਜਾਂਦਾ, ਇਹ ਵੀ ਕਿਹਾ ਜਾਂਦਾ, ਸਟੋਨੀਅਰ ਅਤੇ ਹੇਗ ਨੇ ਇਹ ਕਿਹਾ ਸੀਗਾ ਕਿ ਜਿਸ ਇਕੋਨਮੀ ਦੇ ਵਿੱਚ ਜਿਹੜੀ ਇਕੋਨਮੀ ਡਾਇਨਾਮਿਕ ਨਹੀਂ ਹੋਏਗੀ, ਇੱਕ ਸਟੈਟਿਕ ਇਕੋਨਮੀ ਹੋਏਗੀ। ਜਿੱਦਾਂ ਪਹਿਲਾਂ ਸਟੈਟਿਕ ਕੰਡੀਸ਼ਨ ਆਪਾਂ ਹੁਣੇ ਐਕਸਪਲੇਨ ਕੀਤੀ ਹੈ ਕਿ ਜਦੋਂ ਡਿਮਾਂਡ, ਸਪਲਾਈ ਅਤੇ ਪਾਪੂਲੇਸ਼ਨ 'ਚ ਕੋਈ ਚੇਂਜ ਨਹੀਂ ਹੁੰਦਾ, ਜਦੋਂ ਇਸ ਤਰ੍ਹਾਂ ਦਾ ਕੋਈ ਕੇਸ ਹੋਏਗਾ ਤਾਂ ਉਸ ਇਕੋਨਮੀ ਦੇ ਵਿੱਚ ਕੋਈ ਪ੍ਰੋਫਿਟ ਵੀ ਨਹੀਂ ਹੋਏਗਾ। ਮੀਨਸ ਜੇ ਲੋਸ ਦੇ ਚਾਂਸਸ ਨਹੀਂ ਆ ਤਾਂ ਪ੍ਰੋਫਿਟ ਵੀ ਨਹੀਂ ਹੋਏਗਾ। ਫਿਰ ਇਸ ਨੂੰ ਕ੍ਰਿਟੀਸਾਈਜ਼ ਵੀ ਕੀਤਾ ਜਾਂਦਾ। ਇਸ ਥਿਊਰੀ ਨੂੰ ਕਿਹਾ ਗਿਆ ਕਿ ਇਹ ਇੱਕ ਪੂਰਵ ਅਨੁਮਾਨਿਤ ਪਰਿਵਰਤਨ ਜਿਨ੍ਹਾਂ ਦਾ ਪਹਿਲਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ, ਇਹਨਾਂ ਪਰਿਵਰਤਨਾਂ ਦਾ ਬੀਮਾ ਕਰਕੇ ਇਹਨਾਂ ਤੋਂ ਹੋਣ ਵਾਲੀ ਹਾਨੀ ਤੋਂ ਬਚਿਆ ਜਾ ਸਕਦਾ ਹੈ। ਪਰ ਇਸ ਥਿਊਰੀ ਦੇ ਵਿੱਚ ਉਸ ਚੀਜ਼ ਨੂੰ ਐਕਸਪਲੇਨ ਨਹੀਂ ਕੀਤਾ। ਕਈ ਚੇਂਜਸ ਉਹ ਹੁੰਦੀਆਂ ਜਿਨ੍ਹਾਂ ਦਾ ਤੁਸੀਂ ਪਹਿਲਾਂ ਅੰਦਾਜ਼ਾ ਹੀ ਨਹੀਂ ਲਗਾ ਸਕਦੇ। ਉਹ ਜਿਹੜੀਆਂ ਚੇਂਜਸ ਕਿਸ ਤਰ੍ਹਾਂ ਦੀਆਂ ਹੁੰਦੀਆਂ ਉਹਨਾਂ ਦਾ ਵੀ ਇਸ ਥਿਊਰੀ ਦੇ ਵਿੱਚ ਕੋਈ ਵੀ ਵਰਣਨ ਨਹੀਂ ਕੀਤਾ ਗਿਆ। ਨੈਕਸਟ ਹੈਗੀ ਆ ਇਨੋਵੇਸ਼ਨ ਥਿਊਰੀ। ਪ੍ਰੋਫੈਸਰ ਸ਼ੰਪੀਟਰ ਨੇ ਦਿੱਤੀ ਆ ਇਹ, ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਰੇਕ ਉਦਮੀ, ਹਰੇਕ ਬਿਜ਼ਨਸਮੈਨ ਨਵੀਆਂ ਇਨੋਵੇਸ਼ਨਸ ਕਰਦਾ ਹੈ, ਫਿਰ ਉਹਨਾਂ ਨੂੰ ਲਾਗੂ ਕਰਦਾ ਆ, ਉਹਨਾਂ ਦੇ ਬਦਲੇ ਉਹਨੂੰ ਜੋ ਰਿਵਾਰਡ ਮਿਲਦਾ ਉਹ ਪ੍ਰੋਫਿਟ ਕਹਾਉਂਦਾ। ਜਦੋਂ ਅਸੀਂ ਨਵੀਆਂ ਖੋਜਾਂ ਕਰਦੇ ਹਾਂ, ਬਿਨਾਂ ਸ਼ੱਕ ਜਦੋਂ ਅਸੀਂ ਨਵੀਆਂ ਖੋਜਾਂ ਕਰਦੇ ਹਾਂ, ਨਵੀਂ ਕੋਈ ਟੈਕਨੀਕ ਜਾਂ ਨਵਾਂ ਕੁਛ ਵੀ ਲੈ ਕੇ ਆਉਂਦੇ ਹਾਂ, ਤਾਂ ਕਈ ਵਾਰ ਪੁਰਾਣਾ ਪ੍ਰੋਡਕਟ ਜੇ ਕਿਸੇ ਦੇ ਕੋਲ ਹੋਵੇ ਵੀ ਤਾਂ ਵੀ ਉਹ ਨਵਾਂ ਪ੍ਰੋਡਕਟ ਜਿਹੜਾ ਉਹ ਲੈਂਦਾ, ਅਤੇ ਉਹਦੇ ਕਰਕੇ ਬਿਨਾਂ ਸ਼ੱਕ ਪ੍ਰੋਫਿਟ ਹੋਏਗਾ ਬਿਜ਼ਨਸਮੈਨ ਨੂੰ, ਅਤੇ ਉਹ ਜਿਹੜਾ ਬਿਨਾਂ ਸ਼ੱਕ ਉਹਦੀ ਆਮਦਨ ਵਧੂਗੀ, ਅਤੇ ਉਹ ਜਿਹੜਾ ਫਿਰ ਉਹਦੇ ਪ੍ਰੋਫਿਟ ਦੇ ਵਿੱਚ ਵਾਧਾ ਹੋਏਗਾ। ਔਰ ਕਈ ਵਾਰ ਤਾਂ ਬਹੁਤ ਸਾਰੀਆਂ ਟੈਕਨੀਕਸ ਹੁੰਦੀਆਂ ਜਾਂ ਨਵੇਂ ਕੱਚੇ ਮਾਲ ਦਾ ਉਪਯੋਗ ਕਰ ਲਿਆ ਜਾਂਦਾ। ਕਈ ਵਾਰ ਮੰਗ ਨੂੰ ਵਧਾਉਣ ਦੇ ਲਈ ਕਈ ਵਾਰ ਆਕਰਸ਼ਕ ਜਿਹੜੀਆਂ ਟੈਕਨੀਕਸ ਆ, ਲਾਈਕ ਗਿਫਟ ਸਕੀਮ ਜਿਹੜੀ ਆ ਉਹਨੂੰ ਵੀ ਲਾਗੂ ਕਰ ਦਿੱਤਾ ਜਾਂਦਾ। ਅਤੇ ਇਸ ਲਈ ਜਿਹੜੇ ਨਵੇਂ ਪਰਿਵਰਤਨ ਆ ਉਹ 5 ਤਰ੍ਹਾਂ ਦੇ ਹੋ ਸਕਦੇ ਆ। ਜਾਂ ਤਾਂ ਫਿਰ ਨਵਾਂ ਪ੍ਰੋਡਕਟ, ਇੰਟਰੋਡਕਸ਼ਨ ਆਫ ਨਿਊ ਪ੍ਰੋਡਕਟ ਹੋ ਸਕਦਾ ਹੈ, ਜਾਂ ਫਿਰ ਇੰਟਰੋਡਕਸ਼ਨ ਆਫ ਨਿਊ ਮੈਥਡ ਆਫ ਪ੍ਰੋਡਕਸ਼ਨ ਹੋ ਸਕਦਾ ਹੈ, ਜਾਂ ਫਿਰ ਨਵੀਂ ਮਾਰਕੀਟ ਓਪਨ ਹੋ ਸਕਦੀ ਆ, ਜਾਂ ਫਿਰ ਨਵੇਂ ਰॉ ਮਟੀਰੀਅਲ ਜਿਹੜਾ ਉਹ ਲਿਆਇਆ ਜਾ ਸਕਦਾ, ਜਾਂ ਫਿਰ ਜਿਹੜੀ ਆਰਗੇਨਾਈਜੇਸ਼ਨ ਪਹਿਲੇ ਕੰਮ ਕਰਦੀ ਪਈ ਉਹਨੂੰ ਰੀਆਰਗੇਨਾਈਜ਼ ਕੀਤਾ ਜਾ ਸਕਦਾ ਹੈ। ਅਤੇ ਪਰ ਇਹ ਵੀ ਮੰਨਿਆ ਜਾਂਦਾ ਕਿ ਜਿਹੜੇ ਸਿੱਟੇ ਤੁਹਾਡੇ ਪਰਿਵਰਤਨਾਂ ਦੇ ਕਰਕੇ, ਇਹਨਾਂ ਪਰਿਵਰਤਨਾਂ ਦੇ ਕਰਕੇ ਆਉਂਦੇ, ਜਿਹੜੇ ਆਪਾਂ ਹੁਣੇ ਡਿਸਕਸ ਕੀਤੇ ਆ, ਉਹ ਜਿਹੜੇ ਆ ਉਹ ਟੈਂਪਰੇਰੀ ਹੁੰਦੇ ਆ। ਔਰ ਯੋਜਨਾਵਾਂ ਦੇ ਵਿੱਚ ਇਹ ਕਿਹਾ ਗਿਆ ਕਿ ਸ਼ੰਪੀਟਰ ਨੇ ਇਹਦੇ ਵਿੱਚ ਅਨਸਰਟਨਟੀ ਵੀ ਤਾਂ ਹੋਏਗੀ, ਜਦੋਂ ਤੁਸੀਂ ਕੁਛ ਨਵਾਂ ਲੈ ਕੇ ਆਓਗੇ ਤਾਂ ਉਹਦੇ ਵਿੱਚ ਅਨਸਰਟਨਟੀ ਵੀ ਹੋਏਗੀ, ਉਹਨੂੰ ਕੋਈ ਮਹੱਤਵ ਨਹੀਂ ਦਿੱਤਾ। ਅਤੇ ਅਨਸਰਟਨਟੀ ਨੂੰ ਕੋਈ ਮਹੱਤਵ ਨਹੀਂ ਦਿੱਤਾ। ਅਤੇ ਜਦੋਂ ਤੁਸੀਂ ਕੋਈ ਨਵੀਂ ਇਨੋਵੇਸ਼ਨ ਕਰਦੇ ਹੋ ਉਹਦੇ ਨਾਲ ਹਮੇਸ਼ਾ ਪ੍ਰੋਫਿਟ ਹੀ ਨਹੀਂ ਹੁੰਦਾ, ਉਹਦੇ ਨਾਲ ਲੋਸ ਦੇ ਚਾਂਸਸ ਆ ਜਿਹੜੇ ਉਹ ਵੀ ਰਹਿਣਗੇ। ਉਸ ਤੋਂ ਬਾਅਦ ਨੈਕਸਟ ਹੈਗਾ ਰਿਸਕ ਥਿਊਰੀ। ਰਿਸਕ ਥਿਊਰੀ ਹੈ ਜਿਹੜੀ
ਇਹ ਸਾਨੂੰ ਪ੍ਰੋਫੈਸਰ ਹੌਲੇ ਨੇ ਦਿੱਤੀ ਆ, ਔਰ ਉਹਨਾਂ ਨੇ ਆਪਣੀ ਬੁੱਕ ਐਂਟਰਪ੍ਰਾਈਜ਼ ਐਂਡ ਪ੍ਰੋਡਕਟਿਵ ਪ੍ਰੋਸੈਸ ਜਿਹੜੀ ਆ ਉਹਦੇ ਵਿੱਚ ਦਿੱਤੀ ਆ। ਔਰ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਜਿਹੜਾ ਲਾਭ ਆ ਪ੍ਰੋਫਿਟ ਆ ਤੁਹਾਡੇ ਸਿਰਫ ਜੋਖਮ ਜਿਹੜਾ ਤੁਸੀਂ ਰਿਸਕ ਲੈਂਦੇ ਹੋ ਨਾ, ਬਿਜ਼ਨਸਮੈਨ ਜਿਹੜਾ ਰਿਸਕ ਲੈਂਦਾ ਉਹਦਾ ਰਿਵਾਰਡ ਹੁੰਦਾ। ਜੇ ਉਹ ਰਿਸਕ ਜ਼ਿਆਦਾ ਲਏਗਾ ਤਾਂ ਬਿਨਾਂ ਸ਼ੱਕ ਉਹਦਾ ਪ੍ਰੋਫਿਟ ਦੇ ਚਾਂਸਸ ਵੀ ਜ਼ਿਆਦਾ ਹੋਣਗੇ। ਇਸ ਲਈ ਦੀ ਪ੍ਰੋਫਿਟ ਆਫ ਐਨ ਅੰਡਰਟੇਕਿੰਗ ਇਜ਼ ਨਾਟ ਦੀ ਰਿਵਾਰਡ ਆਫ ਦੀ ਮੈਨੇਜਮੈਂਟ ਔਰ ਕੋਆਰਡੀਨੇਸ਼ਨ ਬਟ ਦੀ ਰਿਸਕ ਐਂਡ ਰਿਸਪੋਂਸਿਬਿਲਿਟੀਜ਼ ਅਤੇ ਰਿਸਕ ਦਾ ਨਤੀਜਾ ਹੁੰਦਾ ਆ ਪ੍ਰੋਫਿਟ। ਔਰ ਕਿਉਂਕਿ ਬਿਜ਼ਨਸਮੈਨ ਨੂੰ ਉਹਨਾਂ ਦਾ ਮੰਨਣਾ ਕਿ 4 ਤਰ੍ਹਾਂ ਦੇ ਜਿਹੜੇ ਪ੍ਰੋਫੈਸਰ ਹਾਲੇ ਦਾ ਮੰਨਣਾ ਕਿ 4 ਤਰ੍ਹਾਂ ਦੇ ਜਿਹੜੇ ਰਿਸਕ ਉਠਾਉਣੇ ਪੈਂਦੇ ਆ। ਰਿਪਲੇਸਮੈਂਟ ਰਿਸਕ ਵੀ ਲੈਣਾ ਪੈਂਦਾ ਉਹਨੂੰ, ਰਿਸਕ ਪ੍ਰੋਪਰ ਵੀ ਹੁੰਦਾ ਹੈ ਉਸ ਨੂੰ, ਮੁੱਖ ਜਿਹੜਾ ਰਿਸਕ ਉਹਦਾ ਅਨਸਰਟਨਟੀ ਦਾ ਰਿਸਕ ਵੀ ਹੁੰਦਾ, ਅਤੇ ਪੁਰਾਣਾ ਪੈ ਜਾਣਾ ਆਬਸੋਲੈਂਸ ਜਿਹੜੀ ਉਹ ਪੁਰਾਣੀ ਕੋਈ ਤਕਨੀਕ ਹੋ ਜਾਂਦੀ ਆ, ਪੁਰਾਣਾ ਕੋਈ ਸਮਾਨ ਹੋ ਜਾਂਦਾ, ਉਹਦਾ ਵੀ ਉਹਨੂੰ ਰਿਸਕ ਜਿਹੜਾ ਹੋਏਗਾ। ਉਸ ਤੋਂ ਬਾਅਦ ਆਲੋਚਨਾਵਾਂ ਦੇ ਵਿੱਚ ਇਹ ਕਿਹਾ ਗਿਆ ਕਿ ਇਸ ਥਿਊਰੀ ਦੇ ਵਿੱਚ ਇਹ ਨਹੀਂ ਦੱਸਿਆ ਕਿ ਰਿਸਕ ਤਾਂ ਹੁੰਦਾ ਪਰ ਉਹਨੂੰ ਘੱਟ ਵੀ ਕੀਤਾ ਜਾ ਸਕਦਾ। ਰਿਵਾਰਡ ਫਾਰ ਰਿਡਿਊਸਿੰਗ ਰਿਸਕ ਨਹੀਂ ਦੱਸਿਆ। ਅਤੇ ਪ੍ਰੋਫਿਟ ਸਾਰਾ ਹੀ ਤਾਂ ਸਾਰਾ ਪ੍ਰੋਫਿਟ ਸਿਰਫ ਰਿਸਕ ਦਾ ਰਿਵਾਰਡ ਨਹੀਂ ਹੁੰਦਾ। ਉਹਦੇ ਵਿੱਚ ਤੁਸੀਂ ਅਨਸਰਟਨਟੀ ਆ ਤੁਹਾਡੀ ਉਹ, ਅਤੇ ਤੁਹਾਡੀ ਮੰਗ ਦੇ ਵਿੱਚ ਚੇਂਜ ਵੀ ਹੋ ਸਕਦੀ ਆ, ਮਤਲਬ ਹੋਰ ਵੀ ਬਹੁਤ ਸਾਰੀਆਂ ਇਹਦੇ ਵਿੱਚ ਫੈਕਟਰਸ ਹੈਗੇ ਜਿਹੜੇ ਐਕਸਪਲੇਨ ਨਹੀਂ ਕੀਤੇ। ਨੈਰੋ ਥਿਊਰੀ ਕਿਹਾ ਗਿਆ ਕਿ ਸਿਰਫ ਰਿਸਕ ਨੂੰ ਇੰਪੋਰਟੈਂਸ ਦਿੱਤੀ ਗਈ ਆ। ਉਸ ਤੋਂ ਬਾਅਦ ਨੈਕਸਟ ਜਿਹੜਾ ਸੀਗਾ ਅਨਸਰਟਨਟੀ ਵੀਅਰਿੰਗ ਥਿਊਰੀ ਆਫ ਪ੍ਰੋਫਿਟ। ਅਨਸਰਟਨਟੀ ਵੀਅਰਿੰਗ ਥਿਊਰੀ ਆਫ ਪ੍ਰੋਫਿਟ, ਲਾਭ ਦਾ ਨਿਸ਼ਚਿਤਤਾ ਸਿਧਾਂਤ, ਇਹ ਫਰੈਂਕ ਨਾਈਟ ਨੇ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਸੀਗਾ ਕਿ ਪ੍ਰੋਫਿਟ ਇਜ਼ ਦੀ ਰਿਵਾਰਡ ਫਾਰ ਵੀਅਰਿੰਗ ਇਨਸ਼ੋਰੇਬਲ ਫਿਊਚਰ ਅਨਸਰਟਨਟੀ, ਕਿ ਉਦਮੀ ਦਾ ਮੁੱਖ ਕੰਮ ਉਤਪਾਦਨ ਸੰਬੰਧੀ ਅਨਿਸ਼ਚਿਤਤਾਵਾਂ ਨੂੰ ਸਹਿਣ ਕਰਨਾ ਹੁੰਦਾ, ਅਤੇ ਉਹ ਜਿਹੜੀਆਂ ਅਨਿਸ਼ਚਿਤਤਾਵਾਂ ਉਹ ਸਹਿਣ ਕਰਦਾ, ਅਨਸਰਟਨਟੀਜ਼ ਉਹ ਸਹਿਣ ਕਰਦਾ, ਉਹਦਾ ਜਿਹੜਾ ਫਲ ਆ ਉਹ ਪ੍ਰੋਫਿਟ ਹੁੰਦਾ। ਕਿਉਂਕਿ ਕਿਰਤੀ ਦਾ ਕੰਮ ਕਰਨਾ, ਪੂੰਜੀਪਤੀ ਦਾ ਕੰਮ, ਮੈਨੇਜਰ ਦਾ ਕੰਮ ਆਦਿ ਵੀ ਜਿਹੜਾ ਉਦਮੀ ਆਪ ਕਰ ਸਕਦਾ ਹੁੰਦਾ ਆ ਵਿੱਚੋਂ, ਇਹਦਾ ਮਤਲਬ ਉਦਮੀ ਇਹਦੇ ਵਿੱਚ ਮੇਨ ਹੁੰਦਾ ਆ। ਅਤੇ ਸਾਰੇ ਜਿਹੜੇ ਰਿਸਕ ਆ, ਜਿਹੜੀਆਂ ਸਾਰੀਆਂ ਅਨਸਰਟਨਟੀਜ਼ ਆ, ਸਾਰੀਆਂ ਅਨਿਸ਼ਚਿਤਤਾਵਾਂ ਆ, ਉਹੀ ਫੇਸ ਕਰਦਾ। ਅਤੇ ਉਸਨੂੰ ਸਰਟੇਨ ਕੁਝ ਤਾਂ ਰਿਸਕ ਇੱਦਾਂ ਦੇ ਹੁੰਦੇ ਜਿਹੜੇ ਸਰਟੇਨ ਹੁੰਦੇ ਆ, ਚੋਰੀ, ਦੁਰਘਟਨਾ, ਅੱਗ, ਇਹ ਸਰਟਨ ਰਿਸਕ ਹੁੰਦੇ ਆ, ਇਹ ਤੁਸੀਂ ਇੰਸ਼ੋਰ ਕਰਵਾ ਲਓਗੇ। ਪਰ ਥੋੜ੍ਹੇ ਜਿਹੇ ਰਿਸਕ ਉਹ ਹੁੰਦੇ ਜਿਹੜੇ ਅਨਇਨਸ਼ੋਰੇਬਲ ਹੁੰਦੇ, ਉਹਨਾਂ ਦੀ ਇੰਸ਼ੋਰੈਂਸ ਨਹੀਂ ਹੋ ਸਕਦੀ। ਲਾਈਕ ਮਾਰਕੀਟ ਕੰਡੀਸ਼ਨਸ ਦੇ ਵਿੱਚ ਚੇਂਜ ਆ ਗਈ, ਉਸ ਰਿਸਕ ਨੂੰ ਤੁਸੀਂ ਇੰਸ਼ੋਰ ਨਹੀਂ ਕਰਵਾ ਸਕਦੇ। ਕੰਪੀਟੀਟਿਵ ਅਨਸਰਟਨਟੀ, ਕਿ ਤੁਹਾਨੂੰ ਕੋਈ ਕੰਪੀਟੀਸ਼ਨ ਕਿਸੇ ਨੇ ਦਿੱਤਾ, ਜਾਂ ਫਿਰ ਕਿਸੇ ਤਰ੍ਹਾਂ ਦੀ ਗੌਰਮੈਂਟ ਨੇ ਇੰਟਰਫੇਰੈਂਸ ਜਿਹੜੀ ਤੁਹਾਡੇ ਕੰਮ ਦੇ ਵਿੱਚ ਕਰ ਦਿੱਤੀ, ਜਾਂ ਕੋਈ ਟੈਕਨੋਲੋਜੀਕਲੀ ਕੋਈ ਨਵੀਂ ਇਨੋਵੇਸ਼ਨ ਹੋ ਗਈ, ਜਾਂ ਫਿਰ ਵਪਾਰਕ ਸਾਈਕਲਸ ਦੇ ਕਰਕੇ ਡਿਪਰੈਸ਼ਨ ਲਾਈਕ ਸਿਚੁਏਸ਼ਨ ਜਾਂ ਸੈਸ਼ਨ ਆ ਜਾਵੇ, ਅਤੇ ਇਹ ਉਹ ਰਿਸਕ ਆ ਜਿਹੜੇ ਤੁਸੀਂ ਇੰਸ਼ੋਰ ਨਹੀਂ ਕਰਵਾ ਸਕਦੇ, ਜਿਨ੍ਹਾਂ ਦੀ ਇੰਸ਼ੋਰੈਂਸ ਨਹੀਂ ਆ, ਅਨਇਨਸ਼ੋਰੇਬਲ ਹੈਗੇ ਆ। ਔਰ ਇਹਨਾਂ ਰਿਸਕਸ ਦੇ ਬਦਲੇ ਬਿਜ਼ਨਸਮੈਨ ਨੂੰ ਪ੍ਰੋਫਿਟ ਹੁੰਦਾ। ਔਰ ਆਲੋਚਨਾਵਾਂ ਦੇ ਵਿੱਚ ਇਹ ਕਿਹਾ ਗਿਆ ਕਿ ਇਹਨੇ ਇਹ ਨਹੀਂ ਦੱਸਿਆ ਕਿ ਪ੍ਰੋਫਿਟ ਕਿਸ ਤਰ੍ਹਾਂ ਡਿਟਰਮਿਨ ਹੁੰਦਾ। ਇਹਨੇ ਅਨਰੀਅਲਿਸਟਿਕ ਅਜੰਪਸ਼ਨ ਲਈਆਂ, ਅਸਪਸ਼ਟ ਥਿਊਰੀ ਮੰਨੀ ਜਾਂਦੀ ਹੈ ਕ੍ਰਿਟਿਕਸ ਦੇ ਦੁਆਰਾ। ਔਰ ਨਾਟ ਐਪਲੀਕੇਬਲ ਇਨ ਕੇਸ ਆਫ ਜੁਆਇੰਟ ਸਟਾਕ ਕੰਪਨੀਜ਼, ਜਿਹੜੀਆਂ ਜੁਆਇੰਟ ਸਟਾਕ ਕੰਪਨੀਜ਼ ਹੁੰਦੀਆਂ ਜਿਹਦੇ ਵਿੱਚ ਬਹੁਤ ਸਾਰੇ ਹਿੱਸੇਦਾਰ ਹੁੰਦੇ ਆ, ਉਹਦੇ ਕੇਸ ਦੇ ਵਿੱਚ ਇਹ ਥਿਊਰੀ ਜਿਹੜੀ ਆ ਇਹ ਵਧੀਆ ਨਹੀਂ ਆ। ਅਨਸਰਟਨਟੀ ਇਜ਼ ਨਾਟ ਅ ਸੈਪਰੇਟ ਫੈਕਟਰ ਆਫ ਪ੍ਰੋਡਕਸ਼ਨ, ਅਤੇ ਵੀ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਪ੍ਰੋਡਕਸ਼ਨ ਕਰਦੇ ਹੋ ਤਾਂ ਅਨਸਰਟਨਟੀ ਉਹਦੇ ਵਿੱਚੋਂ ਵੈਸੇ ਅਲੱਗ ਨਹੀਂ ਕਰ ਸਕਦੇ ਕਿ ਸਿਰਫ ਅਨਸਰਟਨਟੀ ਕੋਈ ਅਲੱਗ ਚੀਜ਼ ਹੁੰਦੀ ਆ। ਔਰ ਅਨਸਰਟਨਟੀ ਹੈ ਜਿਹੜੀ ਉਹ ਲੇਬਰ ਨੂੰ ਵੀ ਹੁੰਦੀ ਆ, ਉਹ ਲੈਂਡ ਨੂੰ ਵੀ ਹੁੰਦੀ ਆ, ਉਹ ਕੈਪੀਟਲ ਨੂੰ ਵੀ ਹੁੰਦੀ ਆ। ਔਰ ਇਸ ਕਰਕੇ ਇਹ ਥਿਊਰੀ ਨੂੰ ਇਸ ਤਰ੍ਹਾਂ ਕ੍ਰਿਟੀਸਾਈਜ਼ ਕੀਤਾ ਜਾਂਦਾ। ਇਹ ਸੀਗੀਆਂ ਪ੍ਰੋਫਿਟ ਦੀਆਂ ਥਿਊਰੀਜ਼। ਇਹਦੇ ਨਾਲ ਇਹ ਜਿਹੜਾ ਕੰਸੈਪਟ ਹੈ ਕੰਪਲੀਟ ਹੁੰਦਾ ਹੈ। ਥੈਂਕ ਯੂ ਸੋ ਮਚ।